ਹਾਂਜੀ, ਆਪ ਜੀ ਦਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ, ਜਿਸ ਦਾ ਨਾਮ ਹੈ ਲਰਨਿੰਗ ਪਾਥ। ਅਤੇ ਅੱਜ ਅਸੀਂ ਫਿਰ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਏ ਹਾਂ। ਅਤੇ ਇਸ ਚੈਪਟਰ ਵਿੱਚ ਅਸੀਂ ਮਾਸਟਰ ਕੇਡਰ ਐਗਜ਼ਾਮ ਦਾ ਸਾਰਾ ਸਿਲੇਬਸ ਕਵਰ ਕਰਾਂਗੇ। ਅਤੇ ਇਸ ਤੋਂ ਇਲਾਵਾ ਅਸੀਂ ਇਸ ਚੈਨਲ ਉੱਪਰ C-TET, P-TET ਔਰ ਮਾਸਟਰ ਕੇਡਰ ਐਗਜ਼ਾਮ ਦਾ ਜਿਹੜਾ ਸਾਰਾ ਸਿਲੇਬਸ ਅਸੀਂ ਕਵਰ ਕਰਾਂਗੇ, ਠੀਕ ਹੈ ਜੀ। ਅਤੇ ਅੱਜ ਦਾ ਸਾਡਾ ਟੌਪਿਕ ਹੈ ਨੌਨ ਅਲਾਈਨਮੈਂਟ ਮੂਵਮੈਂਟ। ਅਤੇ ਇਸ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ ਉਹ ਸੈਕੰਡ ਵਰਲਡ ਵਾਰ ਤੋਂ ਹੋਈ ਸੀ, ਠੀਕ ਹੈ ਜੀ, ਜਿਹੜਾ 1939 ਤੋਂ ਲੈ ਕੇ 1945 ਈਸਵੀ ਤੱਕ ਚੱਲਿਆ। ਅਤੇ ਇਸ ਵਿੱਚ ਦੋ ਸ਼ਕਤੀਆਂ ਜਿਹੜੀਆਂ ਉੱਭਰ ਕੇ ਸਾਹਮਣੇ ਆਈਆਂ, ਇੱਕ USA, ਇੱਕ USSR। ਅਤੇ ਇਹਨਾਂ ਦੋਵੇਂ ਸ਼ਕਤੀਆਂ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੇ ਮਗਰ ਲਾਉਣ ਲਈ ਜਿਹੜੀਆਂ ਸੰਧੀਆਂ ਕੀਤੀਆਂ ਉਹ ਸਨ, ਜਿਵੇਂ USA ਨੇ ਨਾਟੋ, ਸੀਟੋ ਅਤੇ ਸੈਂਟੋ ਨਾਂ ਦੀਆਂ ਸੰਧੀਆਂ ਕੀਤੀਆਂ, ਅਤੇ ਜਿਹੜਾ ਸੀਗਾ USSR ਉਸਨੇ ਵਾਰਸਾ ਪੈਕਟ ਨਾਂ ਦੀ ਜਿਹੜੀ ਸੰਧੀ ਕੀਤੀ ਸੀ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੇ ਮਗਰ ਲਾਉਣ ਲਈ, ਠੀਕ ਹੈ ਜੀ। ਤਾਂ ਇਸੇ ਦੌਰਾਨ ਇਹਨਾਂ ਦੋਵੇਂ ਸ਼ਕਤੀਆਂ ਵਿੱਚ ਇੱਕ ਕੋਲਡ ਵਾਰ ਚੱਲਿਆ, ਜਿਹੜਾ 1945 ਤੋਂ ਲੈ ਕੇ 1991 ਤੱਕ ਚੱਲਿਆ। ਅਤੇ ਇਸੇ ਦੌਰਾਨ ਇਹਨਾਂ ਜਿਹੜੀਆਂ ਨੀਤੀਆਂ ਸੀ, ਜਿਹੜੀਆਂ ਇਹਨਾਂ ਦੀਆਂ, ਉਹਨਾਂ ਨੂੰ ਅਮਲੀ ਤੌਰ 'ਤੇ ਲਿਆਂਦਾ ਗਿਆ। ਅਤੇ ਜਿਹੜੇ ਵਿਕਾਸਸ਼ੀਲ ਦੇਸ਼ ਸੀ ਉਹਨਾਂ ਨੂੰ ਆਪਣੇ ਮਗਰ ਲਾਉਣ ਲਈ ਇਹਨਾਂ ਨੇ ਬਹੁਤ ਜਿਹੜੀਆਂ ਯੋਜਨਾਵਾਂ ਬਣਾਈਆਂ। ਅਤੇ ਇਸ ਕਰਕੇ ਇਹ ਜਿਹੜਾ ਸ਼ੀਤ ਯੁੱਧ ਦਾ ਦੌਰ ਚੱਲਿਆ, ਠੀਕ ਹੈ ਜੀ, 1945 ਤੋਂ ਲੈ ਕੇ 1991 ਤੱਕ। ਅਤੇ ਇਸ ਕਰਕੇ ਜਿਹੜੇ ਵਿਕਾਸਸ਼ੀਲ ਦੇਸ਼ ਸੀ ਉਹ ਨਹੀਂ ਚਾਹੁੰਦੇ ਸਨ ਕਿ ਉਹ ਕਿਸੇ ਵੀ ਗੁੱਟ ਦੇ ਮਗਰ ਲੱਗਣ। ਉਹ ਆਪਣੀ ਇੱਕ ਵੱਖਰੀ ਜਿਹੜੀ ਸ਼ਕਤੀ ਬਣਾਉਣਾ ਚਾਹੁੰਦੇ ਸਨ, ਠੀਕ ਹੈ ਜੀ, ਕਿਉਂਕਿ ਇਸ ਯੁੱਧ ਦੇ ਦੌਰਾਨ ਉਹ ਕਿਉਂਕਿ ਉਹਨਾਂ ਨੂੰ ਨਵਾਂ ਜਿਹੜੀ ਸੁਤੰਤਰਤਾ ਮਿਲੀ ਸੀ, ਇਸ ਕਰਕੇ ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੀ ਜਿਹੜੇ ਦੇਸ਼ ਦੀ ਪ੍ਰਭੂਸੱਤਾ ਜਿਹੜੀ ਉਹ ਖਤਰੇ ਵਿੱਚ ਜਾਵੇ, ਠੀਕ ਹੈ ਜੀ। ਇਸ ਕਰਕੇ ਉਹਨਾਂ ਨੇ ਜਿਹੜੀ ਪਹਿਲੀ ਕਾਨਫਰੰਸ ਬੁਲਾਈ 1955 ਵਿੱਚ, ਠੀਕ ਹੈ ਜੀ। ਅਤੇ ਇਹ ਜਿਹੜੀ ਕਾਨਫਰੰਸ ਬੈਂਡੋਂਗ ਵਿੱਚ ਇੰਡੋਨੇਸ਼ੀਆ ਵਿੱਚ ਹੋਈ ਸੀ, ਠੀਕ ਹੈ ਜੀ। ਅਤੇ ਇਸ ਜਿਹੜੀ ਬੈਠਕ ਵਿੱਚ ਸਾਰੇ ਵਿਕਾਸਸ਼ੀਲ ਦੇਸ਼ ਸ਼ਾਮਿਲ ਸਨ, ਜਿਹਦੇ ਵਿੱਚ ਅਫਰੀਕਨ ਅਤੇ ਏਸ਼ੀਅਨ ਜਿਹੜੇ ਦੇਸ਼ ਸ਼ਾਮਿਲ ਸਨ। ਅਤੇ ਉਸ ਸਮੇਂ ਕੁੱਲ 29 ਦੇਸ਼ ਜਿਹੜੇ ਇਸ ਪਹਿਲੀ ਕਾਨਫਰੰਸ ਵਿੱਚ ਸ਼ਾਮਿਲ ਹੋਏ। ਅਤੇ ਜਿਹੜੀ ਫਸਟ ਆਫੀਸ਼ੀਅਲ ਮੀਟਿੰਗ ਜਿਹੜੀ ਹੋਈ ਇਸ ਦੀ 1961 ਵਿੱਚ ਹੋਈ ਸੀਗੀ। ਅਤੇ ਸਾਰੇ ਜਿਹੜੇ ਵਿਕਾਸਸ਼ੀਲ ਦੇਸ਼, ਜਿਹੜੇ 29 ਦੇਸ਼ ਸਨ, ਠੀਕ ਹੈ ਜੀ, ਉਹ ਇਸ ਵਿੱਚ ਸ਼ਾਮਿਲ ਹੋਏ। ਅਤੇ ਇਸ ਦੇ ਮੋਢੀ ਜਿਹੜੇ ਦੇਸ਼ ਸਨ ਉਹ ਸਨ ਯੂਗੋਸਲਾਵੀਆ, ਭਾਰਤ, ਇਜਿਪਟ, ਗਹਾਨਾ ਅਤੇ ਇੰਡੋਨੇਸ਼ੀਆ, ਠੀਕ ਹੈ ਜੀ। ਇਹ ਸਾਰੇ ਜਿਹੜੇ ਪੰਜੇ ਦੇਸ਼ਾਂ ਨੇ ਮਿਲ ਕੇ ਪਹਿਲੀ ਜਿਹੜੀ ਆਫੀਸ਼ੀਅਲ ਮੀਟਿੰਗ ਰੱਖੀ ਸੀ, ਠੀਕ ਹੈ ਜੀ। ਅਤੇ ਇਸ ਵਿੱਚ ਇਹਨਾਂ ਨੇ ਫੈਸਲਾ ਲਿਆ ਕਿ ਅਸੀਂ ਕਿਸੇ ਵੀ ਗੁੱਟ ਮਗਰ ਜਿਹੜਾ ਅਸੀਂ ਨਹੀਂ ਲੱਗਾਂਗੇ। ਅਸੀਂ ਆਪਣੇ ਦੇਸ਼ ਦੀ ਪ੍ਰਭੂਸੱਤਾ ਲਈ ਇੱਕ ਵੱਖਰੀ ਜਿਹੜੀ ਹੋਂਦ ਇੱਕ ਕਾਇਮ ਕਰਾਂਗੇ, ਠੀਕ ਹੈ ਜੀ। ਤਾਂ ਇਸ ਕਰਕੇ ਇਹਨਾਂ ਨੇ ਕਿਸੇ ਵੀ ਗੁੱਟ ਵਿੱਚ ਸ਼ਾਮਿਲ ਹੋਣ ਨੂੰ ਸਹੀ ਢੰਗ ਨਾਲ ਦੱਸਿਆ ਆਪਣੇ ਦੇਸ਼ ਦੀ ਸੁਤੰਤਰਤਾ ਲਈ, ਠੀਕ ਹੈ ਜੀ। ਤਾਂ ਇਸ ਦੇ ਜਿਹੜੇ ਸੰਸਥਾਪਕ ਦੇਸ਼ ਸਨ ਉਹ ਸਨ ਯੂਗੋਸਲਾਵੀਆ ਦੇ ਰਾਸ਼ਟਰਪਤੀ। ਇਸਦੇ ਜਿਹੜੇ ਸੰਸਥਾਪਕ ਸਨ ਜਿਨ੍ਹਾਂ ਨੇ ਇਸ ਸੰਸਥਾ ਦੀ ਸਥਾਪਨਾ ਕੀਤੀ ਉਹ ਸਨ ਯੂਗੋਸਲਾਵੀਆ ਦੇ ਰਾਸ਼ਟਰਪਤੀ ਜਿਹੜੇ ਯੋਸਿਫ ਬਰੋਜ਼ ਟੀਟੋ ਜੀ ਥੇ। ਅਤੇ ਇਸ ਤੋਂ ਇਲਾਵਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਿਹੜੇ ਹੋਏ ਜਵਾਹਰ ਲਾਲ ਨਹਿਰੂ ਜੀ, ਅਤੇ ਇਜਿਪਟ ਦੇ ਰਾਸ਼ਟਰਪਤੀ ਜਮਾਲ ਅਬਦੁਲ ਨਾਸਿਰ, ਅਤੇ ਗਾਨਾ ਦੇ ਪਹਿਲੇ ਰਾਸ਼ਟਰਪਤੀ ਕਵਾਮੀ ਨਖੁਰਮ, ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼ੁਕਰੋਨੋ, ਠੀਕ ਹੈ ਜੀ। ਤਾਂ ਇਹਨਾਂ ਸਾਰੇ ਪੰਜੇ ਜਿਹੜੇ ਮੈਂਬਰ ਜਿਹੜੇ ਸਨ, ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਿਹੜੀ ਨੌਨ ਅਲਾਈਨਮੈਂਟ ਮੂਵਮੈਂਟ ਦੀ ਸ਼ੁਰੂਆਤ ਕੀਤੀ, ਠੀਕ ਹੈ ਜੀ। ਅਤੇ ਅਗਰ ਅਸੀਂ ਗੱਲ ਕਰੀਏ ਇਸ ਦੀ ਜਿਹੜੇ ਉਦੇਸ਼ ਸਨ, ਇਸ ਵਿੱਚ ਨੌਨ ਅਲਾਈਨਮੈਂਟ ਮੂਵਮੈਂਟ ਦੇ ਜਿਹੜੇ ਮੁੱਖ ਉਦੇਸ਼ ਸਨ ਸ਼ਾਮਿਲ ਕੀਤੇ ਗਏ, ਜਿਹੜੇ ਸੀਗੇ ਕਿ ਦੇਸ਼ ਵਿੱਚ ਸ਼ਾਂਤੀ ਬਣਾਈ ਰੱਖਣਾ ਸਾਰੇ ਵਰਲਡ ਵਿੱਚ, ਠੀਕ ਹੈ ਜੀ। ਅਤੇ ਸਵੈ ਦ੍ਰਿੜਤਾ ਅਤੇ ਆਰਥਿਕ ਬਰਾਬਰਤਾ ਅਤੇ ਸੱਭਿਆਚਾਰਕ ਬਰਾਬਰਤਾ, ਅਤੇ UNO ਨਾਲ ਮਿਲ ਕੇ ਸਾਰੇ ਦੇਸ਼ਾਂ ਦੀ ਮਦਦ ਕਰਨਾ। ਇਸ ਤੋਂ ਇਲਾਵਾ ਇਸ ਦਾ ਇੱਕ ਹੋਰ ਉਦੇਸ਼ ਸੀਗਾ ਕਿ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰਨਾ ਅਤੇ ਵਾਤਾਵਰਨ ਦੀ ਸੁਰੱਖਿਆ ਕਰਨਾ, ਠੀਕ ਹੈ ਜੀ। ਤਾਂ ਇਹ ਦੇਸ਼ ਸ਼ਾਂਤੀ ਬਣਾਉਣ ਦੇ ਪੱਖ ਵਿੱਚ ਸਨ। ਅਤੇ ਪਰ ਜਿਹੜੇ USA ਅਤੇ USSR ਉਹ ਆਪਣੇ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੇ ਮਗਰ ਲਾ ਕੇ ਅਤੇ ਇੱਕ ਦੂਜੇ ਨਾਲ ਯੁੱਧ ਕਰਨ ਲਈ ਜਿਹੜੀ ਪਲੈਨਿੰਗ ਬਣਾ ਰਹੇ ਸਨ। ਇਸ ਕਰਕੇ ਇਹਨਾਂ ਨੇ ਜਿਹੜਾ ਯੁੱਧ ਨੂੰ ਗਲੇ ਲਗਾਉਣ ਤੋਂ ਬਗੈਰ ਕਿ ਜਿਹੜਾ ਇੱਕ ਅਲੱਗ ਸ਼ਕਤੀ ਬਣਾਉਣ ਦਾ ਜਿਹੜਾ ਫੈਸਲਾ ਲਿਆ, ਤਾਂ ਇਹ ਇੱਕ
ਜਿਹੜੀ ਬਹੁਤ ਮਹੱਤਵਪੂਰਨ ਜਿਹੜੀ ਸ਼ੁਰੂਆਤ ਜਿਹੜੀ ਇਹਨਾਂ ਸਾਰੇ ਜਿਹੜੇ 5 ਜਿਹੜੇ ਇਸ ਦੇ ਸੰਸਥਾਪਕ ਸਨ ਮੈਂਬਰ, ਠੀਕ ਹੈ ਜੀ, ਉਹਨਾਂ ਨੇ ਕੀਤੀ ਇਸ ਦੀ ਸ਼ੁਰੂਆਤ ਨੌਨ ਅਲਾਈਨਮੈਂਟ ਮੂਵਮੈਂਟ ਦੀ। ਅਤੇ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਇਸ ਦੇ ਜਿਹੜੇ ਸੈਕਟਰੀ ਜਨਰਲ ਸੀ, ਜਿਹੜੇ ਉਹ ਪਹਿਲੇ ਜਿਹੜੇ ਸੈਕਟਰੀ ਜਨਰਲ ਸੀਗੇ 1961 ਦੇ ਵਿੱਚ, ਉਹ ਸਨ ਜੋਸਿਫ ਬਰੋਜ਼ ਟੀਟੋ, ਜਿਹੜੇ ਯੂਗੋਸਲਾਵੀਆ ਦੇ ਰਾਸ਼ਟਰਪਤੀ ਸਨ। ਅਤੇ 1961 ਤੋਂ ਲੈ ਕੇ ਜਿਹੜੇ 1964 ਤੱਕ ਇਹ ਜਿਹੜੇ ਸੈਕਟਰੀ ਜਨਰਲ ਰਹੇ। ਅਤੇ ਲਾਸਟ ਵਾਰ ਜਿਹੜੇ 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 ਹੁਣ ਜਿਹੜੇ 1919 ਤੋਂ ਲੈ ਕੇ 2012 ਤੱਕ ਜਿਹੜੇ ਚੀਫ ਜਿਹੜੇ ਜਨਰਲ ਹੈਗੇ, ਠੀਕ ਹੈ ਜੀ, ਉਹ ਇਲਹਾਮ ਆਲੀਏਵ, ਜਿਹੜੇ ਅਜ਼ਰਬਾਈਜਾਨ ਦੇ ਜਿਹੜੇ ਹੈਗੇ, ਠੀਕ ਹੈ ਜੀ, ਜਿਹੜੇ ਚੀਫ ਸੈਕਟਰੀ ਜਿਹੜੇ ਹੈਗੇ, ਠੀਕ ਹੈ ਜੀ, ਜਨਰਲ। ਅਤੇ ਇਹ 18ਵੀਂ ਕਾਨਫਰੰਸ ਜਿਹੜੀ ਹੋਈ ਸੀ ਜੋ 2019 ਤੋਂ, ਉਸ ਵਿੱਚ ਇਹਨਾਂ ਨੂੰ ਜਿਹੜਾ ਸੈਕਟਰੀ ਜਨਰਲ ਚੁਣਿਆ ਗਿਆ, ਠੀਕ ਹੈ ਜੀ, ਇਲਹਾਮ ਆਲੀਏਵ, ਠੀਕ ਹੈ ਜੀ, ਅਤੇ ਅਜ਼ਰਬਾਈਜਾਨ ਤੋਂ ਇਹ ਬਿਲੋਂਗ ਕਰਦੇ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਭਾਰਤ ਵੱਲੋਂ ਨੈਮ ਦੇ ਸੈਕਟਰੀ ਜਨਰਲ ਬਣੇ ਜਿਹੜੇ ਸਨ, ਉਹ ਸਨ ਕਿਹੜੇ, ਦੇਖੋ ਇਹਦੇ ਵਿੱਚ ਇਸ ਵਿੱਚ ਨੀਲਮ ਸੰਜੀਵਾ ਰੈਂਡੀ ਅਤੇ ਗਿਆਨੀ ਜੈਲ ਸਿੰਘ। ਅਤੇ ਨੀਲਮ ਸੰਜੀਵਾ ਰੈਂਡੀ ਭਾਰਤੀ ਜਨਤਾ ਪਾਰਟੀ ਤੋਂ ਬਿਲੋਂਗ ਕਰਦੇ ਹਨ, ਅਤੇ ਜਿਹੜੇ ਜੈਲ ਸਿੰਘ ਉਹ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਸੀ। ਅਤੇ ਇਹ ਨੀਲਮ ਸੰਜੀਵਾ ਰੈਂਡੀ 1983 ਤੋਂ ਲੈ ਕੇ 1996 ਤੱਕ ਜਿਹੜੇ ਚੀਫ ਜਨਰਲ ਤੇ ਅਹੁਦੇ 'ਤੇ ਰਹੇ, ਅਤੇ ਜੈਲ ਸਿੰਘ 1916 ਤੋਂ ਲੈ ਕੇ 1994 ਤੱਕ। ਅਤੇ ਗੱਲ ਕਰੀਏ ਤਾਂ UNO ਦੇ 2/3 ਜਿਹੜੇ ਦੇਸ਼ ਹੈਗੇ ਆ ਉਹ ਨੈਮ ਦੇ ਮੈਂਬਰ ਹੈਗੇ ਆ। ਅਤੇ ਜਿਹੜੇ ਅੱਜ ਜਿਹੜੀ ਕੁੱਲ ਗਿਣਤੀ ਜਿਹੜੇ ਨੈਮ ਦੇ ਮੈਂਬਰਾਂ ਦੀ ਉਹ 120 ਹੈਗੇ ਆ। ਅਤੇ ਨੈਮ ਦੇ ਵਿੱਚ ਕੁੱਲ ਵਿਸ਼ਵ ਦੀ ਜਿਹੜੀ ਜਨਸੰਖਿਆ 55% ਜਿਹੜੀ ਸ਼ਾਮਲ ਹੈਗੀ ਆ ਨੌਨ ਅਲਾਈਨਮੈਂਟ ਮੂਵਮੈਂਟ ਵਿੱਚ ਜਿਹੜੇ ਦੇਸ਼ ਸ਼ਾਮਲ ਹੈਗੇ ਆ, ਠੀਕ ਹੈ ਜੀ, ਉਸ ਦੀ ਵਿਸ਼ਵ ਦੀ 55% ਜਿਹੜੀ ਜਨਸੰਖਿਆ ਉਹ ਇਹਨਾਂ ਨੈਮ ਦੇ ਜਿਹੜੇ ਮੈਂਬਰ ਦੇਸ਼ਾਂ ਵਿੱਚ ਜਿਹੜੀ ਰਹਿੰਦੀ ਹੈਗੀ ਆ। ਅਤੇ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਕਿ 7ਵੀਂ ਜਿਹੜੀ ਕਾਨਫਰੰਸ ਹੋਈ ਸੀ ਉਹ ਇੰਡੀਆ ਵਿੱਚ ਹੋਈ ਸੀ, ਠੀਕ ਹੈ ਜੀ, ਜਿਹੜੀ ਨਿਊ ਦਿੱਲੀ ਵਿੱਚ ਹੋਈ 7 ਤੋਂ ਲੈ ਕੇ 12 ਮਾਰਚ ਤੱਕ, ਠੀਕ ਹੈ ਜੀ। ਤਾਂ ਅੱਜ ਦਾ ਇਹ ਚੈਪਟਰ ਖਤਮ ਕਰਦੇ ਹਾਂ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਸੀਰੀਜ਼ ਜਿਹੜੀ ਪਸੰਦ ਆਵੇਗੀ। ਅਤੇ ਇਸ ਵਿੱਚ ਅਸੀਂ ਸਾਰੇ ਮਾਸਟਰ ਕੇਡਰ ਦਾ ਜਿਹੜਾ ਸਿਲੇਬਸ ਕਵਰ ਕਰਾਂਗੇ। ਤਾਂ ਅਗਲੇ ਚੈਪਟਰ ਵਿੱਚ ਅਸੀਂ ਇੱਕ ਹੋਰ ਨਵਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ, ਠੀਕ ਹੈ ਜੀ। ਤਦ ਤੱਕ ਲਈ ਧੰਨਵਾਦ।